ਲੈਂਦੇ ਰਹੇ। ਦੂਜੀ ਬੇਨਤੀ ਵੀ ਗੁਰ ਇਤਿਹਾਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਵਿੱਚੋਂ ਇੱਕ ਦਿਨ ਆਪਾਂ ਇੱਥੇ ਕਵੀ ਹੀਰ ਦੀ ਗੱਲ ਕੀਤੀ ਸੀ, ਜਿੱਥੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ 52 ਕਵੀ ਆਪਣੇ ਦਰਬਾਰ ਦੇ ਵਿੱਚ ਰੱਖ ਕੇ ਕਵਿਤਾਵਾਂ ਉਚਾਰਦੇ ਨੇ, ਕਵਿਤਾਵਾਂ ਸੁਣਦੇ ਨੇ ਤੇ ਉਹਨਾਂ ਨੂੰ ਬੇਅੰਤ ਬਖਸ਼ਿਸ਼ਾਂ ਦੇ ਕੇ ਨਵਾਜਦੇ। ਉੱਥੇ ਸਤਿਗੁਰੂ ਦੇ ਨਾ ਕੋਲ 4 ਲਿਖਾਰੀ ਹਰ ਸਮੇਂ ਰਹਿੰਦੇ ਰਹੇ। ਭਾਈ ਮਨੀ ਸਿੰਘ ਉਹਨਾਂ ਵਿੱਚ ਨੇ, ਭਾਈ ਸਿੰਘਾਂ ਜੀ ਉਹਦੇ ਵਿੱਚ ਨੇ, ਪਾਖਰ ਮੱਲ ਜੀ ਉਹਦੇ ਵਿੱਚ ਨੇ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਇੱਕ ਲਿਖਾਰੀ ਹੋਇਆ ਭਾਈ ਰੋਸ਼ਨ। ਇਸ ਘਟਨਾ ਨੂੰ ਧਿਆਨ ਨਾਲ ਸੁਣਿਓ ਕਿ ਗੁਰੂ ਪੜ੍ਹਦੇ ਕਿਵੇਂ ਕੱਜਦਾ, ਗੁਰੂ ਕਿਵੇਂ ਸਾਡੇ ਅੰਦਰ ਨੂੰ ਧੋ ਕੇ ਨਾਮ ਦੀ ਦਾਤ ਦੇ ਕੇ ਲੋਕ ਪਰਲੋਕ ਸਾਡੇ ਸੋਹਲੇ ਜਿਹੜੇ ਆ ਸ਼ੋਭਾ ਸਾਡੀ ਕਰਾ ਦਿੰਦਾ। ਕਹਿੰਦੇ ਭਾਈ ਰੋਸ਼ਨ ਸਿੰਘ ਜੀ ਗੁਰੂ ਦੇ ਲਿਖਾਰੀਆਂ ਵਿੱਚੋਂ ਇੱਕ ਲਿਖਾਰੀ ਨੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨਾ 33 ਸਵਈਏ ਆਪਾਂ ਜਦੋਂ ਪੜ੍ਹਦੇ ਹਾਂ, ਉਹਨਾਂ 'ਚ ਕੁਝ ਸਵਈਏ ਜੋ ਹਰ ਰੋਜ਼ ਸ਼ਰਾਵਗ ਸੁਧ ਸਮੂਹ ਜਾਂ ਦੀਨਨ ਕੀ ਪ੍ਰਤਪਾਲ ਕਰੇ, ਇਹਨਾਂ ਦਾ ਕੁੱਲ ਜੋੜ 33 ਸਵਈਏ ਵਜੋਂ ਦਸਮ ਗ੍ਰੰਥ ਦੀ ਬਾਣੀ 'ਚ ਆਉਂਦਾ ਹੈ। ਇੱਕ ਵਾਰ ਗੁਰੂ ਸਾਹਿਬ ਨੇ ਸਵਈਏ ਉਚਾਰਨ ਕੀਤੇ ਤੇ ਕਹਿੰਦੇ ਆ ਕਿ ਛੇਤੀ ਛੇਤੀ ਜਿਹੜੇ ਨੇ ਭਾਈ ਰੋਸ਼ਨ ਸਿੰਘ ਨੇ ਲਿਖ ਲਏ। ਬਾਅਦ ਵਿੱਚ ਤੋਸ਼ੇਖਾਨੇ ਜਾ ਕੇ ਤੇ ਫਿਰ ਤਰੀਕੇ ਦੇ ਨਾਲ ਇਹਨਾਂ ਨੂੰ ਸੋਹਣੇ ਲਿਖ ਦੇ ਵਿੱਚ ਜਿਹੜਾ ਸੀ ਉਹ ਸੰਵਾਦ ਕਰਦੇ ਰਹੇ, ਉਹਨਾਂ ਦੀ ਰਚਨਾ ਨੂੰ ਲਿਖਦੇ ਰਹੇ। ਕਹਿੰਦੇ ਆ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਨਾ ਸਵਈਏ ਉਚਾਰਨ ਕੀਤੇ ਤੇ ਭਾਈ ਰੋਸ਼ਨ ਸਿੰਘ ਜੀ ਨੂੰ ਮਹਾਰਾਜ ਕਹਿੰਦੇ ਕਿ ਹੁਣ ਇਹਨਾਂ ਨੂੰ ਜਾ ਕੇ ਤਰਤੀਬ ਦੇ ਨਾਲ ਸੋਹਣੀ ਲਿਖਤ ਦੇ ਨਾਲ ਤੁਸੀਂ ਲਿਖ ਕੇ ਜਿਹੜਾ ਉਹ ਸੰਗਤਾਂ ਨੂੰ ਆਪਾਂ ਇਹ ਭੇਂਟ ਕਰਨੇ ਆ। ਤੇ ਹੁਣ ਸੰਗਤ ਗੁਰੂ ਸਾਹਿਬ ਜੀ ਸਵਈਏ ਉਚਾਰ ਕੇ ਤੇ ਆਪ ਦਰਬਾਰ 'ਚ ਚਲੇ ਗਏ। ਤੇ ਵੇਖੋ ਭਾਈ ਰੋਸ਼ਨ ਸਿੰਘ ਜੀ ਨੇ ਜਦੋਂ ਸਵਈਆਂ ਨੂੰ ਚੰਗੀ ਤਰ੍ਹਾਂ ਪੜ੍ਹਿਆ ਨਾ ਤੇ ਮਨ ਬੇਈਮਾਨ ਹੋ ਗਿਆ, ਕਿਉਂਕਿ ਲਿਖਾਰੀ ਹੈ ਨਾ। ਹੁਣ ਮਨ ਬੇਈਮਾਨ ਇਹ ਹੋਇਆ ਕਿ ਇੰਨੀ ਸੋਹਣੀ ਲਿਖਤ ਆਵਾਜ਼ਾਂ ਵਾਲੇ ਦੀ ਕਿਉਂ ਨਾ ਹੋਵੇ, ਇਹਦੇ ਵਿੱਚੋਂ 2-4 ਛੰਦ ਮੈਂ ਚੁਰਾ ਲਾਂ ਤੇ ਮਹੀਨਾ 2 ਮਹੀਨੇ ਕੋਲ ਰੱਖਾਂਗਾ ਤੇ ਬਾਅਦ ਵਿੱਚ ਆਪਣਾ ਨਾਮ ਦੇ ਕੇ ਛਾਪ ਦਿਆਂਗਾ, ਗੁਰੂ ਨੂੰ ਕਿਹੜਾ ਪਤਾ ਲੱਗਣ ਲੱਗਿਆ। ਵੇਖੋ ਮਨ ਦੇ ਵਿੱਚ ਇਹ ਗੱਲਾਂ ਭਾਈ ਰੋਸ਼ਨ ਸਿੰਘ ਲਿਖਾਰੀ ਸੋਚਦਾ। ਇਹਨੇ ਪਤਾ ਕਿ ਖੇਡ ਖੇਡੀ ਹੁਣ ਤੋਸ਼ੇਖਾਨੇ, ਹੁਣ ਹੋਰ ਤਾਂ ਕੋਈ ਪ੍ਰਬੰਧ ਹੈ ਨਹੀਂ। ਇਹਨੇ ਇਹਨਾਂ ਸਵਈਆਂ ਨੂੰ ਆਪਣੇ ਪੱਟਾਂ 'ਤੇ ਲਿਖ ਲਿਆ, ਦੋਨਾਂ ਨੂੰ ਜਿਹੜੇ ਚੋਰੀ ਕਰਨੇ ਸੀ, ਕਿ ਬਾਅਦ ਵਿੱਚ ਗੁਰੂ ਨੂੰ ਟਾਈਮ ਪਾ ਕੇ ਭੁੱਲ ਜਾਏਗਾ ਤੇ ਮੈਂ ਸਵਈਏ ਉਤਾਰ ਕੇ ਆਪਣਾ ਨਾਂ ਲਿਖ ਕੇ ਤੇ ਵਾਹਵਾ ਮੋਟੀ ਰਕਮ ਤੇ ਆਪਣੀ ਸ਼ੋਭਾ ਸੰਸਾਰ 'ਚ ਖੱਟਾਂਗਾ। ਹੁਣ ਇੱਧਰ ਤੋਸ਼ੇਖਾਨੇ ਬਹਿ ਕੇ ਭਾਈ ਰੋਸ਼ਨ ਸਿੰਘ ਆਪਣੇ ਪੱਟਾਂ 'ਤੇ ਸਵਈਏ ਲਿਖ ਲੈਂਦਾ। ਦੂਜੇ ਪਾਸੇ ਦਰਬਾਰ ਦੇ ਵਿੱਚ ਗੁਰੂ ਜੀ ਆਪਣੇ ਸਿੰਘਾਂ ਨੂੰ ਪਤਾ ਕੀ ਹੁਕਮ ਦਿੰਦੇ, ਕਹਿੰਦੇ ਜਾਓ ਅੱਜ ਰੋਸ਼ਨ ਸਿੰਘ ਨੂੰ ਦਹੀਂ ਨਾਲ ਸਤਲੁਜ ਨਵਾ ਕੇ ਲਿਆਓ। ਮੈਂ ਕਹਿੰਦਾ ਆਵਾਜ਼ਾਂ ਵਾਲਿਆ, ਦੱਸਿਆ ਕਿਸੇ ਨੂੰ ਨਹੀਂ ਕਿ ਉਹਨੇ ਕੀ ਗੁਸਤਾਖੀ ਕੀਤੀ ਆ, ਬਸ ਇੰਨੀ ਗੱਲ ਕਹੀ ਕਿ ਜਾਓ ਜਾ ਕੇ ਤੋਸ਼ੇਖਾਨੇ ਵਿੱਚ ਭਾਈ ਰੋਸ਼ਨ ਸਿੰਘ ਨੂੰ ਨਾਲ ਲਓ ਤੇ ਦਹੀਂ ਲੈ ਜਾਓ ਤੇ ਰਗੜ ਕੇ ਕੇਸੀ ਸਮੇਤ ਇਸ਼ਨਾਨ ਕਰਾ ਕੇ ਲਿਆਓ। ਗੁਰੂ ਕੇ ਸਿੰਘ ਗਏ, ਕਹਿੰਦੇ ਰੋਸ਼ਨ ਸਿੰਘ ਗੁਰੂ ਦਾ ਹੁਕਮ ਹੋਇਆ ਤੁਹਾਨੂੰ ਇਸ਼ਨਾਨ ਕਰਾਉਣਾ। ਕਹਿੰਦਾ ਮੈਂ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਆਇਆ। ਕਹਿੰਦੇ ਨਹੀਂ, ਗੁਰੂ ਸਾਹਿਬ ਕਹਿੰਦੇ ਆ ਲੈ ਕੇ ਜਾਓ, ਜੇ ਤੁਸੀਂ ਆਪ ਨਹੀਂ ਚੱਲੋਗੇ ਤੁਹਾਨੂੰ ਧੱਕੇ ਨਾਲ ਲੈ ਜਾਵਾਂਗੇ, ਆਪਾਂ ਤਾਂ ਗੁਰੂ ਦਾ ਹੁਕਮ ਮੰਨਣਾ। ਕਹਿੰਦੇ ਆ ਭਾਈ ਰੋਸ਼ਨ ਸਿੰਘ ਨੂੰ ਸਤਲੁਜ ਲੈ ਕੇ ਗਏ ਤੇ ਸਾਧ ਸੰਗਤ ਜੀ ਕੇਸੀ ਸਮੇਤ ਦਹੀਂ ਨਾਲ ਮਲ ਮਲ ਕੇ ਇਸ਼ਨਾਨ ਕਰਾਇਆ, ਕੱਪੜੇ ਪਵਾਏ ਤੇ ਘਰ ਨੂੰ ਤੋਰਤਾ। ਹੁਣ ਜਦੋਂ ਘਰ ਗਿਆ ਨਾ ਤੇ ਜਾ ਕੇ ਰੋ ਪਿਆ, ਕਹਿੰਦਾ ਆਵਾਜ਼ਾਂ ਵਾਲਿਆ ਮੈਂ ਚੋਰੀ ਕੀਤੀ ਤੇਰੀ ਲਿਖਤ ਦੀ ਤੇ ਪੱਟਾਂ ਤੇ ਲਿਖ ਕੇ ਲਿਆਇਆ, ਸੱਚ ਵੇ ਤੂੰ ਆਪਣੇ ਸਿੰਘਾਂ ਨੂੰ ਭੇਜ ਕੇ ਕਹਿ ਇਹਦਾ ਇਸ਼ਨਾਨ ਕਰਾਓ, ਪਰ ਸਤਿਗੁਰੂ ਤੂੰ ਕੈਸੇ ਪੜਦੇ ਕੱਜਣ ਵਾਲਾ, ਕਿਸੇ ਨੂੰ ਦੱਸਿਆ ਹੀ ਨਾ ਕਿ ਮੈਂ ਪਾਪ ਕੀ ਕੱਟਿਆ। ਅੰਦਰੋਂ ਅੰਦਰ ਸ਼ਰਮਿੰਦਾ ਹੋਣ ਲੱਗਿਆ। ਹੁਣ ਸਮਾਂ ਪਿਆ ਤੇ ਕੁਝ ਦਿਨ ਬਾਅਦ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ 'ਚ ਗਿਆ। ਸਤਿਗੁਰੂ ਨੇ ਇੱਕ ਗੱਲ ਕਹੀ, ਕਹਿੰਦੇ ਰੋਸ਼ਨ ਕੇ ਰੁਸ਼ਨਾਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰੋਸ਼ਨ ਕੇ ਰੁਸ਼ਨਾਈ ਚਾਨਣਾ ਕੇ ਸਿਆਈ। ਇਹਦਾ ਭਾਵ ਸੀ ਤੇਰਾ ਨਾਮ ਤੇ ਰੋਸ਼ਨ ਹੈ ਪਰ ਕੰਮ ਤੂੰ ਕਾਲੀ ਸਿਆਹੀ ਵਰਗੇ ਕੀਤੇ ਆ। ਚਰਨਾਂ ਤੇ ਡਿੱਗ ਕੇ ਕਹਿੰਦਾ ਗੁਰੂ ਜੀ ਬਖਸ਼ ਲਓ। ਸਤਿਗੁਰੂ ਕਹਿੰਦੇ ਦਹੀਂ ਨਾਲ ਤੇਰੇ ਤਨ ਦੇ ਪਾਪ ਨਹੀਂ ਧੋਤੇ, ਸੱਚ ਵੇ ਗੁਰੂ ਨਾਨਕ ਦੀ ਕਲਾ ਵਰਤੀ ਆ, ਤੇਰੇ ਜਨਮਾਂ ਜਨਮਾਂ ਦੇ ਪਾਪ ਹੀ ਧੋਤੇ ਆ। ਇਹ ਹੈ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ। ਸਾਡੇ ਕੁਕਰਮਾਂ ਨੂੰ, ਪਾਪਾਂ ਨੂੰ, ਐਬਾਂ ਨੂੰ ਵੇਖ ਕੇ ਦੂਜੇ ਨੂੰ ਨਹੀਂ ਦੱਸਦੇ, ਆਪ ਹੀ ਕੋਈ ਖੇਡ ਵਰਤਾ ਕੇ ਸੰਗਤ ਜੀ ਸਾਡਾ ਤਨ ਮਨ ਧੋ ਜਾਂਦੇ ਆ। ਇਸ ਸਾਖੀ ਨੂੰ ਥੋੜ੍ਹਾ ਜਿਹਾ ਆਪਾਂ ਬਾਣੀ ਤੇ ਭਾਈ ਗੁਰਦਾਸ ਜੀ ਦੀ ਇੱਕ ਰਚਨਾ ਨਾਲ ਖੋਲ੍ਹ ਕੇ ਵੇਖੀਏ। ਵੇਖੋ ਮਨੁੱਖ ਦਾ ਨਾ ਇੱਕ ਸੁਭਾਅ ਹੈ,
कि मनुख ये सोचता कि मैं जो कर्म करदा मैनू किहड़ा कोई वेखदा। पर सतगुरु जी कहते जदों आपां गुरु की बाणी पढ़दे हां, पेखत सुनत सदा है संगे, मैं मूर्ख जानिया दूरी रे। महाराज कहते वो तो हमेशा सानू वेखदे आ, वो सानू सुनदे आ परबतगार, आपां ही मूर्ख हो के उस वाहिगुरू जी नू दूर जाणदे आ। जां मनुख दा इह सुभाव बन जांदा। सतगुरु पातशाह जी कहते कि लूक करत बिकार बिखड़े, प्रभ नेर हूँ ते नेरिया। असी लुक के पाप कर्म करना चाहुंदे आ, पर गुरु की बाणी कहती वो तो तेरे बहुत नेड़े है। इस करके गुरु साहब जी ये भी बख्शिश करदे महाराज जी जदों असीं बाणी पढ़दे आ ते सतगुरु सच्चे पातशाह जी कहते ऐसे काहे भूल परे, कहते मनुख क्यों पाप करके भुल जाना, करें करावें मुकर पावें, पेखत सुनत सदा संग हरे। ओ परमेश्वर तां तैनूं हमेशा रोज़ एक एक खिन जिहड़ा नोट करदा कि तू कर्म किहड़े करदा। वेखो हुण भाई रोशन सिंह ते किरपा होई, भाई गुरदास जी का एक कविता है, एक एक तुक अज इन्हां दे जीवन ते टुकदी। ते भाई जी ने ना पहली उदाहरण दे के क्या, भाई गुरदास जी कहते मेरा बड़ा चित करदा गुरु अर्जुन दे पिता सच्चे पातशाह तुहाडे दरबार च आवां, तुहाडे भी सिखां नाल उठा बैठा, सेवा सिमरन करां ते तुहाडीआं रहमतां लवां। पर कहते जदों मैं वेखदा तुहाडी संगत दे विच बड़ियां उच्चियां रूहां आके बैठदियां, जो चत्तो पैर सेवा सिमरन दे विच गड़ुंद रहिंदियां। ते कहते भाई गुरदास जदों मैं अपने वल वेखदा मैं ते पापां दा भरिया, तेरे प्यारियां वल वेखदा ते उन्हां कोल भगती है। ते मैनूं ये भी पता है रब गुरु भगती करन वालियां नूं प्रेम करदा है। भाई गुरदास जदों अपने हिरदे विच वेखदा वो पापां दा भरिया, फिर मेरा हिया ही ना पैंदा मैं किहड़ा मूँह लैके गुरु घर आवां। फिर कहते नाल एक अगम्मी आवाज़ आउंदी आ। भाई गुरदास जी कहते कि जिथे गुरु भगत वसल है, बाणी पढ़न वालियां सेवा करन वालियां ते मेरा करदा है, उत्थे एक गल होर याद रखियो, जे असी पापीआं ते गुरु पापीआं नूं पलट करन दी भी ताकत रखदा। कहते जदों तेरा ये गुण वेखदा ते उदों मेरा भी चित करदा मैं भी जाके गुरु घर नतमस्तक हो के अपना भला करा लवां। दूजी उदाहरण भाई जी दिंदे आ संगत। भाई जी कहते जदों मेरे मन च हुंदा गुरु जी तुहाडे नाल कुछ गल्लां करां, ते कहते पर गल्लां करन तो पहलां तुहाडा एक सुभाव पता लगदा, तुसीं ते अंतरजामी हो, मेरी हर एक करनी करतूत नूं वेखदे हो। ते भाई गुरदास कहते तुहाडा अंतरजामी होना सुन के मेरा अंदर कंब जांदा। क्यों? क्योंकि मैं दुनिया तो लुका सकदा, अपनिਆਂ तो लुका सकदा, पर तुसी अंतरजामी हो, तातों मेरा अंदर नहीं लुकिया। ते जेड़ा अंदर जानदा होवे उहदे कोल मैं जाके किवें गुरु गुरु करां। पर भाई जी ने नाल फिर एक होर सतगुरु ने बख्शिश कीती। भाई जी कहंदे तुसी अंतरजामी सुन के कंबदा हां, पर तुसी दीना ते दया करन वाले हो। तुसी तुहाडे दर ते कोई आ जावे ते मेरा वो जिहड़ा अंदर कंबदा है अपने पापां नूं वेख के ते तुहानूं अंतरजामी सच एवे फिर एक ये भै दूर हो के एक आस वजदी आ कि मैं तुहाडे कोल जावां। तीजी उदाहरण दे के भाई जी कहंदे कि जिवें बहुत मौले धार मींह पैंदा होवे, पर किन्ना भी मींह पवे सिमल दे रुख नूं कदे फल नहीं लग्या करदे। किन्ना भी मींह पवे सिमल दा रुख कौड़ा है ते कौड़ा रहेगा। भाई जी कहंदे तेरियां बख्शिशां दे मींह पैंदे ने, पर वाहिगुरू जी मैं एक सिमल दी रुख दी तरह कुड़त्तण दा भरिया हाँ, मेरा बने की। पर कहंदे नाल मैनूं चेता हुंदा मींह पवे ते सिमल दा रुख कदे मिठास नाल फलां नाल नहीं भरदा, पर जे सिमल दे रुख नूं चंदन दी संगत मिल जे तो उच सुगंधी भरी जांदी आ। कहंदे मैं भी पखंडियां दा सियाणपां दा चतुराइयां दा सिमल दा रुख हाँ। जदों मैं देखदा ते पातशाह मेरा भला नहीं, पर मैं जदों ये भी वेखदा कि जे गुरु चंदन की संगत मिले तो मेरा जीवन सिमल वर्गा अहंकारी चतुराइयां दा भरिया सच एवे ये भी जिहड़ा बख्शिया जा सकदा। अखीर ते भाई जी ने क्या संगत, भाई जी कहंदे अरदास ते ये है कि साडा सतगुरु पढ़दा कज नहीं, सानू इत्थे भी रख ली ते सानू उत्थे भी रख ली।
ਪਰ ਜਦੋਂ ਮੈਂ ਆਪਣੇ ਕਰਮਾਂ ਨੂੰ ਵੇਖਦਾ, ਆਪਣੀ ਕਰਨੀ ਕਰਤੂਤ ਨੂੰ ਵੇਖਦਾ, ਤੇ ਮੈਨੂੰ ਨਹੀਂ ਲੱਗਦਾ ਮੈਨੂੰ ਨਰਕਾਂ 'ਚ ਵੀ ਥਾਂ ਮਿਲੇ। ਵੇਖੋ ਇਹ ਨਿਮਰਤਾ ਭਾਈ ਜੀ ਦੀ। ਭਾਈ ਜੀ ਕਹਿੰਦੇ ਮੇਰੇ ਗੁਣ ਨਾ ਵੇਖ, ਔਗਣ ਨਾ ਵੇਖ, ਮੇਰਾ ਕੋਈ ਕਰਮ ਨਾ ਵੇਖ ਗੁਰੂ ਅਰਜਨ ਦੇ ਪਿਤਾ, ਤਰਸ ਕਰ ਮੇਰੇ ਤੇ, ਆਪਣਾ ਬਿਰਧ ਜਾਣ ਕੇ ਮੈਨੂੰ ਇੱਥੇ ਵੀ ਰੱਖ ਲੈ ਤੇ ਮੈਨੂੰ ਉੱਥੇ ਵੀ ਰੱਖ ਲੈ। ਤੇਰਾ ਬਿਰਧ ਹੈ ਨਾ। ਹੁਣ ਭਾਈ ਜੀ ਨੇ ਬਖਸ਼ਿਸ਼ ਕੀਤੀ ਤੇ ਭਾਈ ਜੀ ਕਹਿੰਦੇ ਆ ਭਗਤ ਵਸ਼ਲ ਸੁਨ ਹੋਤ ਹੂੰ ਨਿਰਾਸ਼ ਹਿਰਦੈ, ਨਿਰਾਸ਼ਾ ਪੈਦਾ ਹੁੰਦੀ ਆ। ਪਤਤ ਪਾਵਨ ਸੁਨ ਆਸਾ ਔਰ ਧਾਰ ਹੋਂ। ਦੂਜੀ ਉਦਾਹਰਨ ਦੇ ਕੇ ਕਹਿੰਦੇ ਅੰਤਰਜਾਮੀ ਸੁਨ ਕੰਪਤ ਹੋ ਅੰਤਰਗਤ, ਦੀਨ ਕੋ ਦਿਆਲ ਸੁਨ ਭੈ ਪਰਮਟਾਰ ਹੋਂ। ਜਲ ਧਰ ਸੰਗਮ ਕੈ ਅਫਲ ਸੇਵਲ ਦਰਮ, ਚੰਦਨ ਸੁਗੰਧ ਸਨ ਬੰਧ ਮੈਲਗਾਰ ਹੋ। ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੂੰ ਠੋਰ, ਮੇਰੀ ਕਰਨੀ ਤਾਂ ਮੈਨੂੰ ਨਰਕਾਂ 'ਚ ਥਾਂ ਨਾ ਦਵੇ, ਪਰ ਤੁਮਰੋ ਬਿਰਦ ਕਰ ਆਸਰੋ ਸਮਾਰ ਹੋ। ਪਰ ਜਦੋਂ ਤੇਰਾ ਸੁਭਾਅ ਵੇਖਦਾ ਤੇ ਆਸ ਕਰਦਾ ਕਿ ਮਾਲਕਾ ਜੇ ਤੇਰੇ ਕੋਲ ਪਾਪਾਂ ਦਾ ਭਰਿਆ ਵੀ ਕੋਈ ਆਵੇ, ਤੇਰੀ ਇੱਕ ਨਜ਼ਰ ਸੱਚ ਏਵੇ ਉਹਦੇ ਸਾਰੇ ਪਾਪ ਕੱਟ ਕੇ ਰੱਖ ਦਿੰਦੀ ਆ। ਇਹ ਹੈ ਭਾਈ ਰੋਸ਼ਨ ਜੀ, ਜਿਵੇਂ ਮਨ ਨੂੰ ਉਦਾਸ ਕਰਦੇ ਹੋਵਨ। ਭਾਈ ਜੀ ਨੇ ਕਿਰਪਾ ਕੀਤੀ ਸੀ। ਭਗਤ ਵਸਲ ਸੁਨ ਹੋ ਤੋ ਨਿਰਾਸ਼ ਹਿਰਦੈ, ਪਤਤ ਪਾਵਨ ਸੁਨ ਆਸਾ ਔਰ ਧਾਰ ਹੋ। ਤੇ ਗੁਰੂ ਕੀ ਬਾਣੀ ਇਹ ਸੁਭਾਅ ਦੱਸਦੀ ਹੈ, ਪਤਤ ਪਾਵਨ ਪ੍ਰਭ ਤੇਰੋ ਨਾਉ। ਅਸੀਂ ਪੜ੍ਹਦੇ ਹਾਂ ਨਾਰਾਇਣ ਨਰਪਤ ਨਮਸਕਾਰ ਹੈ, ਜਾਂ ਅਸੀਂ ਪੜ੍ਹਦੇ ਹਾਂ ਸਤਿਗੁਰੂ ਜੀ ਦਾ ਇੱਕ ਬਚਨ ਆਉਂਦਾ ਸੰਗਤ ਜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਨਾਰਾਇਣ ਪ੍ਰਾਣ ਆਧਾਰ ਹੈ, ਹਮ ਸੰਤ ਜਨਾਰੇ ਨਾਰਾ, ਪਤਤ ਪੁਨੀਤ ਕਰ ਲੀਨੇ ਕਰ ਕਿਰਪਾ, ਹਰ ਜਸ ਦੀਨੇ। ਬਿਗਨ ਵਿਨਾਸ਼ਨ ਸਭ ਦੁਖ ਨਾਸ਼ਨ, ਸਤਿਗੁਰ ਨਾਮ ਦ੍ਰਿੜਾਇਆ, ਖੋਏ ਪਾਪ। ਅੱਜ ਰੋਸ਼ਨ ਸਿੰਘ ਜੀ ਦੇ ਸਾਰੇ ਪਾਪ ਦਗਤ ਕਰਤੇ, ਖੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਘਰ ਆਇਆ। ਗੁਰੂ ਸਾਹਿਬ ਦੀ ਬਾਣੀ ਆਪਾਂ ਪੜ੍ਹਦੇ ਹਾਂ ਤੇ ਅੱਗੇ ਮਹਾਰਾਜ ਨੇ ਬਖਸ਼ਿਸ਼ ਕੀਤੀ। ਜਦੋਂ ਅਸੀਂ ਇਹ ਤੁਕ ਪੜ੍ਹੀ ਕਿ ਅੰਤਰਜਾਮੀ ਸੁਣ ਕੰਪਤ ਹੋ ਅੰਤਰਗਤ, ਕਿ ਗੁਰੂ ਕੀ ਬਾਣੀ ਇਸ ਤੁਕ ਨੂੰ ਖੋਲ ਦਿਆ ਕਿ ਪਾਤਸ਼ਾਹ ਜੀ ਕਹਿੰਦੇ ਜਾਣੈ ਬਿਰਥਾ ਸਭਾ ਮਨਾ ਕੀ, ਹੋਰ ਕਿਸ ਪੈ ਆਖ ਸੁਣਾਈ ਹੈ। ਤੁਸੀਂ ਤਾਂ ਸਾਰਿਆਂ ਦੇ ਅੰਦਰ ਦੀ ਵੇਦਨਾ ਬਿਰਥਾ ਨੂੰ ਜਾਣਦੇ ਹੋ, ਤੁਹਾਨੂੰ ਬੋਲ ਕੇ ਕੀ ਦੱਸੀਏ। ਇੱਕ ਹੋਰ ਸ਼ਬਦ ਆਉਂਦਾ ਕਿ ਹਰ ਅੰਤਰਜਾਮੀ ਸਭ ਵਿਦ ਜਾਣਾ, ਤਾਂ ਕਿਸ ਪੈ ਆਖ ਸੁਣਾਈ ਹੈ। ਜਾਂ ਅਸੀਂ ਇੱਕ ਪੜ੍ਹਦੇ ਹਾਂ ਅੰਤਰਜਾਮੀ ਪੁਰਖ ਵਿਧਾਤੇ, ਕਿ ਉਹ ਪਰਮੇਸ਼ਰ ਅੰਤਰਜਾਮੀ ਹੈ। ਅੰਤਰਜਾਮੀ ਸੋ ਪ੍ਰਪੂਰਾ ਦਾਨ ਦੇ ਸਾਧੂ ਕੀ ਧੂਰਾ। ਆਪਾਂ ਅੱਗੇ ਪੜ੍ਹਿਆ ਕਿ ਸਾਡਾ ਹੀਆ ਜਿਹੜਾ ਜੀਵਨ ਸਿਮਲ ਰੁੱਖ ਵਰਗ ਹੈ, ਪਰ ਸੱਚ ਵਿਸੰਗਤ ਜੇ ਗੁਰੂ ਚੰਦਨ ਕੋਲ ਆਈਏ। ਤੇ ਮਰ ਦੀ ਬਾਣੀ ਕਹਿੰਦੀ ਆ ਤੁਮ ਚੰਦਨ ਹਮ ਇਰੰਡ ਬਾਪੁਰੇ, ਸੰਗ ਤੁਮਾਰੇ ਬਾਸਾ, ਨੀਚ ਰੂਖ ਤੇ ਊਚ ਪਏ ਹੈ ਗੰਧ, ਸੁਗੰਧ ਨਿਵਾਸਾ। ਨੀਵਾ ਜੀਵਨ ਸੀ, ਤੇਰੇ ਕੋਲ ਆਏ ਤੂੰ ਉੱਚੇ ਕਰਤੇ, ਵਿਕਾਰਾਂ ਦੀ ਗੰਦਗੀ ਨਾਲ ਭਰੇ ਸੀ, ਤੇਰੇ ਕੋਲ ਆਏ ਤੂੰ ਨਾਮ ਦੀ ਸੁਗੰਧੀ ਦੇ ਕੇ ਚੰਦਨ ਵਾਂਗ ਕੀਮਤੀ ਕਰਤੇ। ਗੁਰੂ ਸਾਹਿਬ ਤਾਂ ਕਹਿੰਦੇ ਆ ਭਾਈ ਵੀ, ਜਦੋਂ ਅਸੀਂ ਬਾਬਾ ਕਬੀਰ ਜੀ ਨੂੰ ਪੜ੍ਹਦੇ ਹਾਂ, ਕਬੀਰ ਚੰਦਨ ਕਾ ਬਿਰਬਾ ਭਲਾ, ਵੇੜਿਓ ਢਾਕ ਪਲਾਸ, ਓਏ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਆਪਣੇ ਵੱਲ ਅਸੀਂ ਝਾਤ ਮਾਰੀਏ, ਜਦੋਂ ਅੰਮ੍ਰਿਤ ਨਹੀਂ ਸੀ ਛਕੇ ਤੇ ਕਿਵੇਂ ਦੁਨੀਆ ਦੀ ਮੌਜ ਮੇਲਿਆਂ, ਦੁਨੀਆ ਦੇ ਤ੍ਰਿਸ਼ਨਾਵਾਂ, ਮੂੰਹ ਮਾਇਆ ਧੰਦਿਆਂ 'ਚ ਗਲਤਾਨ ਸਾਂ। ਜਦੋਂ ਗੁਰੂ ਚੰਦਨ ਮਿਲਿਆ, ਉਹਨੇ ਸਾਨੂੰ ਅੰਮ੍ਰਿਤ ਦੀ ਸੁਗੰਧੀ ਦਿੱਤੀ, ਬਾਣੀਆਂ ਦੀ ਸੁਗੰਧੀ ਦਿੱਤੀ, ਇਹੋ ਜਿਹਾ ਜੀਵਨ ਦਿੱਤਾ। ਹੁਣ ਗੁਰੂ ਸਾਹਿਬ ਜੀ ਧੰਦਿਆਂ 'ਚ ਰੱਖ ਕੇ ਖਚਤ ਨਹੀਂ ਹੋਣ ਦਿੰਦੇ, ਆਪ ਗੁਰੂ ਗੁਰੂ ਕਰਾ ਲੈਂਦੇ ਨੇ। ਸਤਿਗੁਰੂ ਮਹਾਰਾਜ ਕਹਿੰਦੇ ਗੁਰੂ 'ਚ ਗੁਣ ਹੁੰਦਾ। ਆਪਾਂ ਵੀ ਦੋਨੋਂ ਹੱਥ ਜੋੜ ਕੇ ਅਰਦਾਸ ਕਰੀਏ, ਅਸੀਂ ਖੱਤੇ ਬਹੁਤ ਕਮਾਵਦੇ, ਅੰਤ ਨਾ ਪਾਰਾਵਾਰ, ਹਰ ਕਿਰਪਾ ਕਰਕੇ ਬਖਸ਼ ਲੈਹੋ ਹਉ ਪਾਪੀ ਵੱਡ, ਗੁਨਹਗਾਰ ਸਤਿਗੁਰੂ। ਜਿਵੇਂ ਤੁਸੀਂ ਰੋਸ਼ਨ ਸਿੰਘ ਦਾ ਪਰਦਾ ਕੱਜਿਆ, ਅਸੀਂ ਵੀ ਔਗਣ ਆ ਰਹੇ ਹਾਂ, ਸਾਡਾ ਪਰਦਾ ਕੱਜ ਲਿਓ। ਤੇ ਗੁਰੂ ਗ੍ਰੰਥ ਸਾਹਿਬ ਉੱਚੀ ਆਵਾਜ਼ ਦੇ ਕੇ ਕਹਿਣਗੇ ਨਿਰਗੁਣ ਰਾਖ ਲਿਆ ਸੰਤਨ ਕਾ ਸਤਗਾ, ਸਤਿਗੁਰ ਢਾਕ ਲਿਆ ਮੋਹੇ ਪਾਪੀ ਪੜਦਾ। ਅਸੀਂ ਖੱਤੇ ਬਹੁਤ ਕਮਾਵਦੇ, ਅੰਤ ਨਾ ਪਾਰਾਵਾਰ, ਹਰ ਕਿਰਪਾ ਕਰਕੇ ਬਖਸ਼ ਲਿਓ ਹਉ ਪਾਪੀ ਵੱਡ, ਗੁਨਹਗਾਰ ਹਰ ਜੀਓ ਲੇਖੈ ਵਾਰ ਨਾ ਬਈ। ਇਹਦੇ ਅਰਥ ਨੇ ਜੇ ਮੈਂ ਲੇਖਿਆਂ 'ਚ ਪਵਾਂ ਕਿ ਮੈਂ ਤੇ ਇੰਨਾ ਪਾਠ ਕੀਤਾ, ਇੰਨੀ ਬਾਣੀ ਪੜ੍ਹੀ, ਇੰਨੇ ਦਿਨ ਸੇਵਾ ਕੀਤੀ, ਨਹੀਂ ਪਾਸ਼ਾ, ਜੇ ਮੈਂ ਲੇਖਿਆਂ 'ਚ ਪੈ ਗਿਆ ਤੇ ਫਸ ਜਾਗਾ। ਹਰ ਜੀਓ ਲੇਖੇ ਵਾਰ ਨਾ ਬਈ, ਤੂੰ ਬਖਸ਼ ਮਿਲਾਵਣ ਹਾਰ, ਮੈਂ ਤੇਰੀ ਕੇਵਲ ਬਖਸ਼ਿਸ਼ ਨੂੰ ਲੋੜਦਾ। ਸਤਿਗੁਰੂ ਤਰਸ ਕਰੇ ਸਾਡੇ ਤੇ ਸੰਗਤ ਜੀ। ਆਪਾਂ ਜਦੋਂ ਨਿਮਰਤਾ ਦੇ ਨਾਲ ਕੋਈ ਮਾੜਾ ਕਰਮ ਵੀ ਕਰ ਦਈਏ ਤੇ ਅਰਦਾਸ ਕਰੀਏ ਨਾ,
ते गुरु दा ये बिरद है, गुना उसके सगल आफू तेरे जन देखें दीदार। अनेक खते खिन बख्शण हारा, गुरु एक खिन लाउंदा है अपनी नदर दे नाल। साडे हिरदे विचों पापां दी मैल, चतुराइयां सियाणपां दी मैल कढ के सानू ये उपदेश करदा है। चाकरियां चंगियाइयां अवर सियाणपां कित, नानक नाम संभाल तू बद्दा छुटै जित। की नाम नाल जुड़ो, नाम नाल जुड़े ही इन्हां सियाणपां चतुराइयां वकारां तो मनुख बच जांदा है। सतगुरु तरस करे आपां भी उस नाम दे नाल, गुरु दी नदर नाल, गुरु दी सेवा नाल जुड़िए, ताकि सतगुरु पातशाह भी साडे ते इसे तरह रहमतां बनाई रखे जी। वाहिगुरु जी का खालसा, वाहिगुरु जी की फतेह।